अपना टॉपिक है डेटा की है, इन्फॉर्मेशन की है, इन्फॉर्मेशन ਦੇ ਕੀ फीचर्स हैं और बेसिकली अपना ਜਿਹੜਾ ਅੱਜ ਦਾ टॉपिक है एप्लीकेशनस ऑफ इन्फॉर्मेशन टैक्नोलॉजी। सो ਆਪਾਂ स्टार्ट कर रहे हैं ਅੱਜ ਦੇ टॉपिक ਦੀ। डेटा इज़ रॉ फैक्ट एंड फिगर। ਹੁਣ ਜੇ ਤੁਸੀਂ ਇਸ ਸਟੇਟਮੈਂਟ ਨੂੰ ਧਿਆਨ ਨਾਲ ਪੜੋ ਤਾਂ ਜਿਹੜਾ ਆਪਣੇ ਕੋਲ ਡੇਟਾ ਹੁੰਦਾ ਹੈ, ਡੇਟਾ ਕਿਆ ਹੈ, ਰॉ ਫੈਕਟ ਐਂਡ ਫਿਗਰਸ ਹੁੰਦੀਆਂ ਨੇ। ਰॉ ਦਾ ਮਤਲਬ ਕੀ ਹੈ, ਕੱਚਾ, ਜਿਸ ਦੇ ਬੇਸ ਤੇ ਉੱਪਰ ਆਪਾਂ ਕੋਈ ਵੀ ਡਿਸੀਜਨ ਨਹੀਂ ਲੈ ਸਕਦੇ। ਤਾਂ ਜਿਹੜਾ ਡੇਟਾ ਹੈ ਉਹ ਕੀ ਹੁੰਦੇ ਨੇ, ਰॉ ਫੈਕਟ ਐਂਡ ਫਿਗਰਸ ਹੁੰਦੀਆਂ ਨੇ। ਜੇ ਇਸ ਨੂੰ ਆਪਾਂ ਗੱਲ ਕਰੀਏ ਤਾਂ ਮੰਨ ਲਓ ਕਿਸੇ ਸਟੂਡੈਂਟ ਜਿਹੜਾ ਹੈ ਉਹਨੇ ਕੁਐਸਚਨ ਪੇਪਰ ਦਿੱਤੇ, ਉਹਦੇ ਆਪਾਂ ਨੇ ਮਾਰਕਸ ਬਣਾਤੇ। ਤਾਂ ਜਿੰਨੇ ਵੀ ਸਟੂਡੈਂਟ ਆਪਣੀ ਕਲਾਸ ਦੇ ਵਿੱਚ ਹਨ ਉਹ ਸਾਰਿਆਂ ਦੇ ਸਾਰੀ ਕਲਾਸ ਦੇ ਮਾਰਕਸ ਜਦੋਂ ਆਪਾਂ ਨੋਟ ਕਰ ਲੈਂਦੇ ਹਾਂ, ਦੈਟ ਇਜ਼ ਕਾਲਡ ਡੇਟਾ। ਹੁਣ ਨੈਕਸਟ ਜਿਹੜੀ ਟਰਮ ਹੈ ਦੈਟ ਇਜ਼ ਕਾਲਡ ਇਨਫੋਰਮੇਸ਼ਨ। ਇਨਫੋਰਮੇਸ਼ਨ ਇਜ਼ ਦਾ ਪ੍ਰੋਸੈਸਡ ਫਾਰਮ ਆਫ ਡੇਟਾ। ਹੁਣ ਇਸ ਦਾ ਮਤਲਬ ਕੀ ਹੈ, ਜਦੋਂ ਡੇਟਾ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਪ੍ਰੋਸੈਸ ਕਰ ਦਿੰਦੇ ਹਾਂ ਤਾਂ ਉਹ ਆਪਣੇ ਕੋਲ ਕੀ ਬਣ ਜਾਂਦੀ ਹੈ, ਇਨਫੋਰਮੇਸ਼ਨ ਬਣ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਉੱਪਰ ਦੱਸਿਆ ਸੀ, ਜੇ ਆਪਾਂ ਇੱਕ ਕਲਾਸ ਦੇ ਸਾਰੇ ਬੱਚਿਆਂ ਦੇ ਪੇਪਰ ਲਿੱਤੇ, ਉਹਨਾਂ ਦੇ ਮਾਰਕਸ ਸ਼ੀਟ ਬਣਾਈ, ਤਾਂ ਉਸ ਨੂੰ ਕੀ ਕਵਾਂਗੇ ਆਪਾਂ, ਡੇਟਾ। ਜਦੋਂ ਉਸ ਮਾਰਕ ਸ਼ੀਟ ਨੂੰ ਆਪਾਂ ਪ੍ਰੋਸੈਸ ਕਰਾਂਗੇ, ਪ੍ਰੋਸੈਸ ਕਰਨ ਤੋਂ ਬਾਅਦ ਆਪਾਂ ਫਾਈਂਡ ਆਊਟ ਕਰਾਂਗੇ ਕਿ ਕਿਹੜਾ ਬੱਚਾ ਪਹਿਲੀ ਪੋਜੀਸ਼ਨ ਦੇ ਵਿੱਚ ਆਇਆ ਹੈ, ਕਿਹੜਾ ਦੂਜੀ 'ਚ ਆਇਆ ਹੈ, ਕਿਹੜਾ ਤੀਜੀ 'ਚ ਆਇਆ ਐਂਡ ਸੋ ਔਨ। ਦੈਟ ਇਜ਼ ਕਾਲਡ ਇਨਫੋਰਮੇਸ਼ਨ। ਪ੍ਰੋਸੈਸ ਕਰਤੀ ਆਪਾਂ ਨੇ, ਪ੍ਰੋਸੈਸਡ ਫਾਰਮ ਆਫ ਡੇਟਾ ਇਜ਼ ਕਾਲਡ ਇਨਫੋਰਮੇਸ਼ਨ। ਜਿਵੇਂ ਹੁਣ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਡੇਟਾ ਨੂੰ ਆਪਾਂ ਨੇ ਕਿਆ ਕੀਤਾ, ਪ੍ਰੋਸੈਸ ਕੀਤਾ। ਪ੍ਰੋਸੈਸ ਕਰਨ ਤੋਂ ਬਾਅਦ ਉਹ ਡੇਟਾ ਕਿਆ ਬਣ ਗਿਆ ਤੁਹਾਡੇ ਕੋਲ, ਇਨਫੋਰਮੇਸ਼ਨ। ਤਾਂ ਇਨਫੋਰਮੇਸ਼ਨ ਕਿਆ ਹੈ, ਪ੍ਰੋਸੈਸਡ ਫਾਰਮ ਆਫ ਡੇਟਾ। ਡੇਟਾ ਕਿਆ ਆਪਣੇ ਕੋਲ, ਰॉ ਫੈਕਟਸ ਐਂਡ ਫਿਗਰਸ ਨੇ। ਠੀਕ ਹੈ ਜੀ। ਹੁਣ ਜਿਹੜਾ ਇਨਫੋਰਮੇਸ਼ਨ ਹੈ ਉਹ ਪ੍ਰੋਸੈਸਡ ਫਾਰਮ ਆਫ ਡੇਟਾ ਹੈ, ਬਟ ਇੱਕ ਇਨਫੋਰਮੇਸ਼ਨ ਦੇ ਵਿੱਚ ਕਿਹੜੇ ਜ਼ਰੂਰੀ ਫੀਚਰਸ ਹੋਣੇ ਚਾਹੀਦੇ ਨੇ ਜਿਸ ਨਾਲ ਉਹ ਇਨਫੋਰਮੇਸ਼ਨ ਆਪਣੇ ਕੋਲ ਐਕੂਰੇਟ ਹੋਏਗੀ, ਸਹੀ ਹੋਏਗੀ, ਜਿਸ ਦੇ ਬੇਸ ਦੇ ਉੱਪਰ ਆਪਾਂ ਡਿਸੀਜ਼ਨ ਲੈ ਸਕਦੇ ਹਾਂ। ਸੋ ਦ ਸਮ ਫੀਚਰਸ ਆਫ ਇਨਫੋਰਮੇਸ਼ਨਸ ਆਰ, ਹੁਣ ਜੇ ਆਪਾਂ ਗੱਲ ਕਰੀਏ ਫੀਚਰਸ ਦੀ ਤਾਂ ਸਭ ਤੋਂ ਪਹਿਲਾ ਫੀਚਰ ਕਿਆ ਹੈ, ਮੀਨਿੰਗਫੁਲ। ਹੁਣ ਮੀਨਿੰਗਫੁਲ ਦਾ ਮਤਲਬ ਕੀ ਹੈ, ਦ ਇਨਫੋਰਮੇਸ਼ਨ ਸ਼ੁੱਡ ਬੀ ਰੈਲੀਵੈਂਟ ਟੂ ਦਾ ਪ੍ਰੋਬਲਮ। ਹੁਣ ਇਹਦਾ ਮਤਲਬ ਕੀ ਹੈ, ਜਿਹੜੀ ਪ੍ਰੋਬਲਮ ਲਈ ਆਪਾਂ ਡੇਟਾ ਕਲੈਕਟ ਕੀਤਾ ਹੈ, ਇਨਫੋਰਮੇਸ਼ਨ ਕਲੈਕਟ ਕੀਤੀ ਹੈ, ਉਹ ਜਿਹੜੀ ਆ ਉਹ ਰੈਲੀਵੈਂਟ ਹੋਣੀ ਚਾਹੀਦੀ ਹੈ ਤੁਹਾਡੀ ਪ੍ਰੋਬਲਮ ਦੇ ਨਾਲ। ਫੋਰ ਐਗਜ਼ਾਮਪਲ ਤੁਸੀਂ ਸੰਗਰੂਰ ਦਾ ਪਿੰਨ ਕੋਡ ਲੱਭ ਰਹੇ ਹੋ, ਪਟਿਆਲਾ, ਜਲੰਧਰ, ਲੁਧਿਆਣਾ, ਤਾਂ ਇਸ ਤਰੀਕੇ ਨਾਲ ਅਲੱਗ-ਅਲੱਗ ਸ਼ਹਿਰਾਂ ਦਾ ਦਿਖਾ ਰਿਹਾ, ਬਟ ਤੁਸੀਂ ਜਿਹੜਾ ਹੈ ਉਹ ਸੰਗਰੂਰ ਦਾ ਦੇਖਣਾ ਚਾਹੁੰਦੇ ਹੋ। ਤਾਂ ਇਨਫੋਰਮੇਸ਼ਨ ਸ਼ੁੱਡ ਬੀ ਰੈਲੀਵੈਂਟ ਟੂ ਦਾ ਪ੍ਰੋਬਲਮ। ਜੋ ਪ੍ਰੋਬਲਮ ਆਪਾਂ ਸਾਹਮਣੇ ਫਾਈਂਡ ਆਊਟ ਕਰ ਰਹੇ ਹਾਂ, ਜਿਸ ਦੇ ਲਈ ਆਪਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਹੈ, ਤਾਂ ਉਹਦੇ ਰਿਲੇਟਿਡ ਹੀ ਡੇਟਾ ਜਿਹੜਾ ਤੁਹਾਡੇ ਕੋਲ ਸ਼ੋ ਹੋਣਾ ਚਾਹੀਦਾ। ਹੁਣ ਜੇ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਤਾਂ ਸੈਕਿੰਡ ਪੁਆਇੰਟ ਹੈ ਐਕੂਰੇਸੀ। ਹੁਣ ਐਕੂਰੇਸੀ ਦਾ ਮਤਲਬ ਕਿਆ ਹੈ, ਕਰੈਕਟ ਇਨਫੋਰਮੇਸ਼ਨ ਜਿਹੜੀ ਹੈ ਉਹਦੀ ਰੇਸ਼ੋ ਚੈੱਕ ਕਰਨਾ। ਰੇਸ਼ੋ ਦਾ ਮਤਲਬ ਕੀ ਹੈ, ਤੁਸੀਂ ਜਿੰਨੀ ਵੀ ਇਨਫੋਰਮੇਸ਼ਨ ਪ੍ਰੋਡਿਊਸ ਕੀਤੀ ਹੈ ਉਹਦੇ ਵਿੱਚੋਂ ਤੁਹਾਡੇ ਕੋਲ ਕਿੰਨੀ ਇਨਫੋਰਮੇਸ਼ਨ ਕਰੈਕਟ ਆ ਰਹੀ ਹੈ। ਤਾਂ ਜਿੰਨੀ ਇਨਫੋਰਮੇਸ਼ਨ ਕਰੈਕਟ ਹੋਏਗੀ ਓਨਾ ਹੀ ਤੁਹਾਡੇ ਕੋਲ ਡੇਟਾ ਜਿਹੜਾ ਐਕੂਰੇਟ ਹੋਏਗਾ। ਉਸ ਦੇ ਬੇਸ ਦੇ ਉੱਪਰ ਤੁਸੀਂ ਡਿਸੀਜ਼ਨ ਵੀ ਕਰੈਕਟ ਲੈ ਸਕਦੇ ਹੋ। ਔਰ ਜਿੰਨੀ ਇਨਫੋਰਮੇਸ਼ਨ ਇਨਐਕੂਰੇਟ ਹੋਏਗੀ, ਇਨਐਕੂਰੇਟ ਦਾ ਮਤਲਬ ਕਿਆ ਹੈ, ਸਹੀ ਨਹੀਂ ਹੋਏਗੀ, ਤਾਂ ਉਹ ਕਿਸ ਨੂੰ ਲੀਡ ਕਰੇਗੀ, ਇਨਕਰੈਕਟ ਰਿਜ਼ਲਟਸ ਦੇ ਉੱਪਰ। ਥਰਡ ਪੁਆਇੰਟ ਦੀ ਗੱਲ ਕਰੀਏ ਤਾਂ ਥਰਡ ਪੁਆਇੰਟ ਕਿਆ ਹੈ, ਟਾਈਮਲੀਨੈਸ। ਹੁਣ ਟਾਈਮਲੀਨੈਸ ਦਾ ਮਤਲਬ ਕੀ ਹੈ, ਇਨਫੋਰਮੇਸ਼ਨ ਸ਼ੁੱਡ ਬੀ ਮੇਡ ਅਵੇਲੇਬਲ ਵੈਨ ਇਟ ਇਜ਼ ਰਿਕੁਆਇਰਡ ਫॉर ਅ ਸਪੈਸੀਫਿਕ ਪਰਪਸ। ਹੁਣ ਇਸ ਦਾ ਮਤਲਬ ਕੀ ਹੈ, ਫੋਰ ਐਗਜ਼ਾਮਪਲ ਇੱਕ ਪੇਸ਼ੈਂਟ ਨੂੰ ਤੁਸੀਂ ਹਸਪੀਟਲ ਐਡਮਿਟ ਕਰਾਇਆ ਔਰ ਡਾਕਟਰ ਜਿਹੜਾ ਵਿਜ਼ਿਟ ਕਰ ਰਿਹਾ ਉਹ ਪੇਸ਼ੈਂਟ ਜਦੋਂ ਡੈਡ ਹੋ ਗਿਆ, ਡਾਕਟਰ ਕੋਲ ਮੈਸੇਜ ਉਦੋਂ ਪਹੁੰਚਿਆ ਜਦੋਂ ਪੇਸ਼ੈਂਟ ਡੈਡ ਹੋ ਗਿਆ। ਤਾਂ ਇਨਫੋਰਮੇਸ਼ਨ ਜਿਹੜੀ ਹੈ ਉਹ ਟਾਈਮਲੀ ਡਾਕਟਰ ਕੋਲ ਨਾ ਪਹੁੰਚਣ ਕਰਕੇ ਇੱਕ ਪੇਸ਼ੈਂਟ ਕੀ ਹੋ ਗਿਆ, ਡੈਡ ਹੋ ਚੁੱਕਿਆ। ਸੋ ਦਾ ਬੇਸਿਕ ਫੰਡਾਮੈਂਟਲ ਫੀਚਰ ਇਨਫੋਰਮੇਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਜਿੰਨਾ ਡਿਲੇ ਹੋਏਗਾ ਇਨਫੋਰਮੇਸ਼ਨ ਦੇ ਵਿੱਚ ਓਨੀ ਹੀ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਵੇਸਟ ਹੈ, ਤੁਹਾਡੇ ਕਿਸੇ ਵੀ ਕੰਮ ਦੀ ਨਹੀਂ ਹੈ। ਸੋ ਇਨਫੋਰਮੇਸ਼ਨ ਸ਼ੁੱਡ ਬੀ ਟਾਈਮਲੀ ਅਵੇਲੇਬਲ। ਨੈਕਸਟ ਪੁਆਇੰਟ ਹੈ ਕੰਪਲੀਟਨੈਸ। ਹੁਣ ਕੰਪਲੀਟਨੈਸ ਸਿੰਪਲ ਪੁਆਇੰਟ ਹੈ, ਜਿੰਨੀ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਪਹੁੰਚ ਰਹੀ ਹੈ ਉਹ ਸਾਰੀ ਦੀ ਸਾਰੀ ਕੰਪਲੀਟ ਹੋਣੀ ਚਾਹੀਦੀ ਹੈ, ਕਿਉਂਕਿ ਜੇ ਕੰਪਲੀਟ ਹੋਏਗੀ ਤਾਂ ਹੀ ਤੁਸੀਂ ਐਕੂਰੇਟ ਰਿਜ਼ਲਟਸ ਨੂੰ ਪ੍ਰੋਡਿਊਸ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਰਿਲਾਇਬਿਲਿਟੀ। ਰਿਲਾਇਬਿਲਿਟੀ ਦਾ ਮਤਲਬ ਕੀ ਹੈ,
ਇਨਫੋਰਮੇਸ਼ਨ ਸ਼ੁੱਡ ਬੀ ਰਿਲਾਇਬਲ। ਰਿਲਾਇਬਲ ਦਾ ਮਤਲਬ ਕੀ ਹੈ, ਆਪਾਂ ਉਸ ਇਨਫੋਰਮੇਸ਼ਨ ਦੇ ਉੱਪਰ ਬਿਲੀਵ ਕਰ ਸਕੀਏ। 6 ਪੁਆਇੰਟ ਹੈ ਇਨ ਰਿਕੁਆਇਰਡ ਫਾਰਮ। ਫੋਰ ਐਗਜ਼ਾਮਪਲ ਇੱਕ ਯੂਜ਼ਰ ਨੂੰ ਇੱਕ ਡੇਟਾ ਚਾਹੀਦਾ ਸੀ ਜਿਹੜਾ ਇੱਕ ਪਰਟੀਕੂਲਰ ਸੌਰਟਡ ਫਾਰਮ ਦੇ ਵਿੱਚ ਹੋਵੇ, ਬਟ ਆਪਾਂ ਨੇ ਉਸਨੂੰ ਸੌਰਟ ਕਰਕੇ ਨਹੀਂ ਦਿੱਤਾ, ਤਾਂ ਜਿਹੜੀ ਇਨਫੋਰਮੇਸ਼ਨ ਜਿਸ ਫਾਰਮੈਟ ਦੇ ਵਿੱਚ ਰਿਕੁਆਇਰਡ ਸੀ ਉਸ ਦੇ ਵਿੱਚ ਅਵੇਲੇਬਲ ਨਹੀਂ ਕੀਤੀ ਤਾਂ ਯੂਜ਼ਰ ਨੂੰ ਉਸਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ, ਕਿਉਂਕਿ ਟਾਈਮਲੀ, ਐਕੂਰੇਟਲੀ ਔਰ ਫਾਸਟਲੀ ਡਿਸੀਜ਼ਨ ਉਸ ਦੇ ਬੇਸ ਦੇ ਉੱਪਰ ਯੂਜ਼ਰ ਨਹੀਂ ਲੈ ਸਕਦਾ। ਸੋ ਦ ਇਨਫੋਰਮੇਸ਼ਨ ਸ਼ੁੱਡ ਬੀ ਮੇਡ ਅਵੇਲੇਬਲ ਟੂ ਦ ਯੂਜ਼ਰਸ ਇਨ ਦ ਰਿਕੁਆਇਰਡ ਫਾਰਮ। ਸੋ ਨੈਕਸਟ ਟੌਪਿਕ ਤੁਹਾਡੇ ਕੋਲ ਹੈ ਐਪਲੀਕੇਸ਼ਨਸ ਆਫ ਇਨਫੋਰਮੇਸ਼ਨ ਟੈਕਨੋਲੋਜੀ। ਹੁਣ ਜੇ ਤੁਸੀਂ ਗੱਲ ਕਰੋ ਆਈਟੀ ਦੀ, ਤਾਂ ਆਈਟੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਆਪਣੀ ਡੇਲੀ ਲਾਈਫ ਦੇ ਵਿੱਚ। ਐਪਲੀਕੇਸ਼ਨਸ ਦਾ ਮੀਨਿੰਗ ਕੀ ਹੈ, ਤੁਸੀਂ ਕਿਹੜੇ ਸੈਕਟਰ ਦੇ ਵਿੱਚ ਆਈਟੀ ਨੂੰ ਅਪਲਾਈ ਕਰ ਸਕਦੇ ਹੋ। ਐਪਲੀਕੇਸ਼ਨ ਮੀਨਸ ਅਪਲਾਈ ਕਰਨਾ, ਤਾਂ ਉਹਦੇ ਲਈ ਤੁਹਾਡੇ ਕੋਲ ਇੰਡਸਟਰੀ ਹੈ, ਐਜੂਕੇਸ਼ਨ ਹੈ, ਸਾਇੰਟੀਫਿਕ ਐਪਲੀਕੇਸ਼ਨਸ ਹਨ, ਵੈਦਰ ਫੋਰਕਾਸਟਿੰਗ ਹੈ, ਇੰਟਰਟੇਨਮੈਂਟ ਹੈ, ਰਿਸਰਚ ਹੈ, ਮੈਡੀਸਨ ਹੈ, ਹੈਲਥ ਕੇਅਰ ਹੈ, ਆਈਟੀ ਦੀਆਂ। ਸੋ 1 ਬਾਏ 1 ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ ਵੀ ਪਰਟੀਕੂਲਰ ਸੈਕਟਰ ਦੇ ਵਿੱਚ ਆਈਟੀ ਕਿਵੇਂ ਰੋਲ ਪਲੇ ਕਰਦੀ ਹੈ। ਫਰਸਟ ਪੁਆਇੰਟ ਹੈ ਰੇਲਵੇਜ਼। ਹੁਣ ਰੇਲਵੇਜ਼ ਡਿਪਾਰਟਮੈਂਟ ਦੇ ਵਿੱਚ ਆਈਟੀ ਜਿੰਨਾ ਰੋਲ ਪਲੇ ਕਰਦੀ ਹੈ ਉਹ ਕਿਵੇਂ ਕਰਦੀ ਹੈ, ਦੇਖੋ ਤੁਹਾਡੇ ਕੋਲ ਇੱਕ ਟਿਕਟ ਰਿਜ਼ਰਵੇਸ਼ਨ ਸਿਸਟਮ ਹੈ। ਸਭ ਤੋਂ ਇੰਪੋਰਟੈਂਟ ਜਿਹੜਾ ਪੁਆਇੰਟ ਹੈ ਟਿਕਟ ਰਿਜ਼ਰਵੇਸ਼ਨ ਸਿਸਟਮ। ਹੁਣ ਜਿੰਨੀ ਵੀ ਨੈਸੈਸਰੀ ਇਨਫੋਰਮੇਸ਼ਨ ਹੈ ਟਿਕਟ ਰਿਜ਼ਰਵੇਸ਼ਨ ਦੇ ਰਿਲੇਟਡ, ਲਾਈਕ ਟ੍ਰੇਨ ਦਾ ਨੰਬਰ ਕੀ ਹੈ, ਸਟੇਸ਼ਨ ਕੀ ਹੈ, ਰੂਟਸ ਕਿਆ ਨੇ, ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਦਾ ਡਿਸਟੈਂਸ ਕਿਆ ਹੈ, ਨੰਬਰ ਆਫ ਸੀਟਸ ਅਵੇਲੇਬਲ ਜਿਹੜੀਆਂ ਨੇ ਉਹ ਕਿੰਨੀਆਂ ਨੇ, ਕਿਸ ਕਲਾਸ ਦਾ ਕਿੰਨਾ ਫੇਅਰ ਹੈ, ਤਾਂ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਰਿਜ਼ਰਵੇਸ਼ਨ ਸਿਸਟਮ ਜਿਹੜਾ ਕੰਪਿਊਟਰ ਹੈ ਉਸ ਦੇ ਉੱਪਰ ਅਵੇਲੇਬਲ ਕੀਤੀ ਹੋਈ ਹੈ। ਪੁਆਇੰਟ ਹੈ 에ਅਰਲਾਈਨਸ। ਹੁਣ 에ਅਰਲਾਈਨਸ ਦੇ ਵਿੱਚ ਕਿਆ ਹੈ, ਸੇਮ ਜਸਟ ਲਾਈਕ ਰੇਲਵੇਜ਼, 에ਅਰਲਾਈਨਸ ਦੇ ਵਿੱਚ ਵੀ 에ਅਰ ਟਿਕਟ ਬੁਕਿੰਗ ਹੁੰਦੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੇ ਪਾਇਲਟਸ ਨੇ ਉਹਨਾਂ ਨੂੰ 에ਅਰ ਦੇ ਵਿੱਚ ਟਰੈਵਲ ਕਰਨ ਲਈ ਜਿੰਨੀਆਂ ਵੀ ਇੰਸਟਰਕਸ਼ਨਸ ਮਿਲਦੀਆਂ ਨੇ ਉਹ ਕੰਪਿਊਟਰ ਦੇ ਥਰੂ ਮਿਲਦੀਆਂ ਨੇ। ਤਾਂ ਫਲਾਈਟ ਦੀ ਜਿਹੜੀ ਸਪੀਡ ਹੈ ਉਸਨੂੰ ਇਨਕਰੀਜ਼ ਕਰਨਾ, ਡਿਕਰੀਜ਼ ਕਰਨਾ, ਪ੍ਰੋਪਰ ਡਿਸੀਜ਼ਨ ਲੈਣਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਵੀ ਇੰਸਟਰਕਸ਼ਨਸ ਨੇ ਇਨ ਕੇਸ ਆਫ ਐਮਰਜੈਂਸੀ, ਤਾਂ ਪਾਇਲਟ ਨੂੰ ਪਤਾ ਲੱਗਦਾ ਹੈ ਕਿੱਥੇ ਲੈਂਡ ਕਰਨਾ ਹੈ, ਕਿਸ ਪੁਆਇੰਟ 'ਤੇ ਲੈਂਡ ਕਰਨਾ ਹੈ, ਕਿੰਨੀ ਸਪੀਡ ਨਾਲ ਲੈਂਡ ਕਰਨਾ ਹੈ, ਜਾਂ ਜਿਹੜੀ ਸਿਚੁਏਸ਼ਨ ਦੇ ਅਕੋਰਡਿੰਗਲੀ ਜਿਹੜੀ ਹੈ 에ਅਰ ਟ੍ਰੈਫਿਕ ਨੂੰ ਕੰਟਰੋਲ ਕਰਨਾ। ਤਾਂ ਇਹ ਸਾਰਾ ਜਿਹੜਾ ਹੈ 에ਅਰਲਾਈਨਸ ਦੇ ਵਿੱਚ ਆਈਟੀ ਹੀ ਇੰਪੋਰਟੈਂਟ ਪਾਰਟ ਪਲੇ ਕਰਦੀ ਹੈ। ਨੈਕਸਟ ਹੈ ਬੈਂਕਿੰਗ ਸੈਕਟਰਸ। ਹੁਣ ਬੈਂਕਿੰਗ ਸੈਕਟਰਸ ਦੇ ਵਿੱਚ ਮੀਨਿੰਗ ਕਿਆ ਹੈ, ਤੁਸੀਂ ਕੋਈ ਵੀ ਬੈਂਕ ਦੇ ਵਿੱਚ ਜਾਂਦੇ ਹੋ, ਤੁਸੀਂ ਆਪਣੀ ਪਾਸਬੁੱਕ ਹੈ ਜਿਹੜੀ ਉਹ ਪ੍ਰਿੰਟ ਕਰਾਉਣੀ ਹੈ ਤਾਂ ਉੱਥੇ ਮਸ਼ੀਨ ਲੱਗੀ ਹੋਈ ਹੈ, ਮਸ਼ੀਨ ਦੇ ਉੱਪਰ ਜਾਂਦੇ ਹੋ, ਤੁਸੀਂ ਆਪਣੀ ਪਾਸਬੁੱਕ ਸਬਮਿਟ ਕਰਾਉਂਦੇ ਹੋ ਔਰ ਤੁਹਾਡੀ ਪ੍ਰਿੰਟ ਹੋ ਜਾਂਦੀ ਹੈ। ਸਿਮਿਲਰਲੀ ਡੇਲੀ ਤੁਹਾਡੇ ਕੋਲ ਐਪਸ ਬਣੀਆਂ ਹੋਈਆਂ ਨੇਗੀਆਂ, ਉਸ ਦੇ ਉੱਪਰ ਟਾਈਮ ਟੂ ਟਾਈਮ ਤੁਸੀਂ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ, ਕਿੰਨਾ ਫਿਕਸ ਡਿਪੋਜ਼ਿਟ ਹੈ, ਕਿੰਨੀਆਂ ਆਰਡੀਜ਼ ਨੇ, ਜਾਂ ਕਿੰਨੀ ਵੀ ਇਨਵੈਸਟਮੈਂਟ ਤੁਸੀਂ ਬੈਂਕ ਦੇ ਵਿੱਚ ਕੀਤੀ ਹੈ, ਉਹ ਸਾਰਾ ਆਨਲਾਈਨ ਵਿਦ ਦਾ ਹੈਲਪ ਆਫ ਕੰਪਿਊਟਰਸ, ਮੋਬਾਈਲ, ਇੰਟਰਨੈਟ ਦੀ ਹੈਲਪ ਨਾਲ ਤੁਸੀਂ ਈਜ਼ੀਲੀ ਚੈੱਕ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਇੰਸ਼ੋਰੈਂਸ। ਹੁਣ ਇੰਸ਼ੋਰੈਂਸ ਦੇ ਵਿੱਚ ਕਿਆ ਹੈ, ਬੇਸਿਕਲੀ ਇੱਕ ਕੰਪਨੀ ਜਿਹੜੀ ਹੈ ਐਟ ਦਾ ਸੇਮ ਟਾਈਮ ਸਾਰੇ ਏਜੰਟਸ ਨਾਲ ਕਮਿਊਨੀਕੇਟ ਨਹੀਂ ਕਰ ਸਕਦੀ। ਸੋ ਟੂ ਕਮਿਊਨੀਕੇਟ ਵਿਦ ਡਿਫਰੈਂਟ ਏਜੰਟਸ ਜਿਹੜੇ ਅਲੱਗ-ਅਲੱਗ ਲੋਕੇਸ਼ਨਸ ਦੇ ਉੱਪਰ ਬੈਠੇ ਹਨ, ਆਪਣਾ ਕੰਮ ਕਰ ਰਹੇ ਹਨ, ਤਾਂ ਉਹ ਵਿਦ ਦਾ ਹੈਲਪ ਆਫ ਆਈਟੀ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਨੇ। ਇੱਕ ਦੂਸਰੇ ਦੇ ਡਾਊਟ ਕਲੀਅਰ ਕਰਨੇ ਹਨ ਤਾਂ ਵੀ ਕੰਪਿਊਟਰ ਦੀ ਹੈਲਪ ਲਿੱਤੀ ਜਾ ਸਕਦੀ ਹੈ। ਐਂਡ ਆਲ ਦਾ ਨਿਊ ਪਲਾਨਸ ਜਿੰਨੇ ਵੀ ਨਿਊਜ਼ਪੇਪਰ ਦੇ ਵਿੱਚ ਆਉਂਦੇ ਨੇ, ਏਜੰਟਸ ਦੇ ਥਰੂ ਆਉਂਦੇ ਨੇ, ਤਾਂ ਉਹ ਸਾਰੇ ਦੇ ਸਾਰੇ ਆਨਲਾਈਨ ਆਪਾਂ ਨਿਊ ਪਲਾਨਸ ਨੂੰ ਅਨਾਊਂਸ ਕਰ ਸਕਦੇ ਹਾਂ। ਤਾਂ ਨੈਕਸਟ ਪੁਆਇੰਟ ਇਜ਼ ਇਨਵੈਂਟਰੀਜ਼। ਕਿੰਨਾ ਰॉ ਮਟੀਰੀਅਲ ਆਪਣੇ ਕੋਲ ਅਵੇਲੇਬਲ ਹੈ, ਕਿੰਨੇ ਆਪਣੇ ਕੋਲ ਫਿਨਿਸ਼ਡ ਪ੍ਰੋਡਕਟਸ ਹਨ, ਕਿੰਨਾ ਵਰਕ ਇਨ ਪ੍ਰੋਗਰੈਸ ਹੈ, ਔਰ ਕਿੰਨਾ ਆਪਾਂ ਨੇ ਸਟਾਕ ਜਨਰੇਟ ਕਰ ਚੁੱਕੇ ਹਾਂ। ਤਾਂ ਇਹ ਸਾਰੀ ਦੀ ਸਾਰੀ ਜਿਹੜੀ ਸੇਲ ਹੈ, ਪਰਚੇਜ਼ ਹੈ ਜਾਂ ਇਨਵੈਂਟਰੀਜ਼ ਨੇ, ਉਹ ਸਾਰੇ ਦੇ ਸਾਰੇ ਰਿਕਾਰਡ ਨੂੰ ਮੇਨਟੇਨ ਕੌਣ ਕਰਦਾ ਹੈ, ਕੰਪਿਊਟਰਸ ਦੇ ਉੱਪਰ ਆਪਾਂ ਈਜ਼ੀਲੀ ਮੇਨਟੇਨ ਕਰ ਸਕਦੇ। ਨੈਕਸਟ ਵਨ ਇਜ਼ ਫਾਈਨੈਂਸ਼ੀਅਲ ਸਿਸਟਮਸ। ਹੁਣ ਇੱਕ ਆਰਗੇਨਾਈਜੇਸ਼ਨ ਦੇ ਕੋਲ ਬਹੁਤ ਲਾਰਜ ਅਮਾਊਂਟ ਆਫ ਕੈਪੀਟਲ ਹੈ, ਕੈਪੀਟਲ ਮੀਨਸ ਪੈਸਾ। ਹੁਣ ਉਹ ਪੈਸੇ ਨੂੰ ਇਨਵੈਸਟ ਕਿਵੇਂ ਕਰਨਾ, ਮੀਨਸ ਇੱਕ ਬਿਜ਼ਨਸ ਫਾਈਨਾਂਸ ਕਿੱਥੇ ਕਰੇਗਾ, ਉਹ ਪੈਸੇ ਨੂੰ ਐਲੋਕੇਟ ਕਿੱਥੇ ਕਰਨਾ ਹੈ, ਉਹ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਕੰਟਰੋਲ ਕਿਵੇਂ ਕਰਨਾ ਹੈ,
ਫਾਈਨੈਂਸ਼ੀਅਲ ਪਲਾਨਿੰਗ ਕਰਨਾ, ਫਾਈਨੈਂਸ਼ੀਅਲ ਫੋਰਕਾਸਟਿੰਗ ਕਰਨਾ, ਸ਼ੇਅਰ ਮਾਰਕੀਟ 'ਚ ਕਿੱਥੇ ਇਨਵੈਸਟਮੈਂਟ ਕਰਨੀ ਹੈ, ਕਿੱਥੇ ਆਪਣੇ ਕੋਲ ਐਫੀਸ਼ੀਐਂਸੀ ਇਨਕਰੀਜ਼ ਹੋ ਸਕਦੀ ਹੈ, ਕਿੱਥੇ ਆਪਣੇ ਕੋਲ ਜਿਹੜੇ ਨੇਗੇ ਲੈਜਰਸ ਮੇਨਟੇਨ ਹੋ ਸਕਦੇ ਨੇ, ਤਾਂ ਸਾਰੇ ਫਾਈਨੈਂਸ਼ੀਅਲ ਸਿਸਟਮਸ ਨੂੰ ਵਿਦ ਦਾ ਹੈਲਪ ਆਫ ਆਈਟੀ ਆਪਾਂ ਈਜ਼ਲੀ ਕਵਰ ਕਰ ਸਕਦੇ ਹਾਂ। ਨੈਕਸਟ ਵਨ ਇਜ਼ ਹੋਟਲ ਮੈਨੇਜਮੈਂਟ। ਇਸ ਪੁਆਇੰਟ ਦੇ ਵਿੱਚ ਦੱਸਣ ਲਈ ਕਿਹਾ ਹੈ, ਤਾਂ ਤੁਸੀਂ ਕਿਸੇ ਵੀ ਹੋਟਲ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਔਨਲਾਈਨ ਬੁਕਿੰਗ ਕਰ ਸਕਦੇ ਹੋ। ਤੁਸੀਂ ਜਦੋਂ ਚੈੱਕ ਇਨ ਕਰਨਾ ਹੈ, ਚੈੱਕ ਆਊਟ ਕਰਨਾ ਹੈ, ਤਾਂ ਤੁਸੀਂ ਜਿਹੜੀ ਪੇਮੈਂਟ ਹੈ ਉਹ ਵੀ ਔਨਲਾਈਨ ਕਰ ਸਕਦੇ ਹੋ। ਐਟ ਦਾ ਸੇਮ ਟਾਈਮ ਇੱਕ ਜਿਹੜਾ ਓਨਰ ਹੈ ਹੋਟਲ ਦਾ, ਉਹ ਸਟੇਟਸ ਚੈੱਕ ਕਰ ਸਕਦਾ ਹੈ ਰੂਮਸ ਦਾ, ਰੈਸਟੋਰੈਂਟ ਦਾ, ਇੰਪਲੋਇਜ਼ ਜਿਹੜੇ ਨੇਗੇ ਕਿੰਨੇ ਰਿਕੁਆਇਰਡ ਨੇ, ਕਿੰਨੇ ਆਪਣੇ ਕੋਲ ਕਰੰਟਲੀ ਅਵੇਲੇਬਲ ਨੇ, ਕਿੰਨਾ ਆਪਣੇ ਕੋਲ ਇਸ ਟਾਈਮ ਪੇਰੋਲ ਅਵੇਲੇਬਲ ਹੈ, ਕਿੰਨਾ ਪ੍ਰੋਫਿਟ ਹੈ, ਕਿੰਨਾ ਲੋਸ ਹੈ। ਤਾਂ ਉਹ ਸਾਰੀ ਡਿਟੇਲਸ ਵਿਦ ਦਾ ਹੈਲਪ ਆਫ ਆਈਟੀ ਵੀ ਕੈਨ ਈਜ਼ਲੀ ਫਾਈਂਡ ਆਊਟ ਕਿ ਹੋਟਲ ਮੈਨੇਜਮੈਂਟ ਇੰਡਸਟਰੀ ਦੇ ਵਿੱਚ ਆਈਟੀ ਦਾ ਕਿੰਨਾ ਵੱਡਾ ਰੋਲ ਹੈ।